ਡਾਇਰੈਕਟਰ ਸਰ ਨਾਲ ਗੱਲ ਕਰਾਂਗੇ ਅੱਜ ਦੇ ਇਸ ਫੰਕਸ਼ਨ ਬਾਰੇ। ਸੋ ਸਤਿ ਸ਼੍ਰੀ ਅਕਾਲ ਸਰ। हाँ जी, गुड इवनिंग मैम, थैंक यू फॉर बीइंग हियर। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਫੰਕਸ਼ਨ ਬੱਚਿਆਂ ਦਾ ਹੈਗਾ। 400 ਬੱਚੇ ਪਾਰਟਿਸਿਪੇਟ ਕਰ ਰਹੇ ਨੇ। ਬਾਰਿਸ਼ ਤੇ ਅੱਜ ਤੁਹਾਨੂੰ ਪਤਾ ਹੈ ਸਵੇਰ ਤੋਂ ਹੀ ਹੋ ਰਹੀ ਹੈ, ਬਟ ਫਿਰ ਵੀ ਲੋਕ ਆਏ ਨੇ ਇੱਥੇ ਐਂਡ ਇਨਕਰੇਜ ਕਰਨ ਵਾਸਤੇ ਬੱਚਿਆਂ ਨੂੰ। ਐਂਡ ਵੀ ਆਰ ਲੁਕਿੰਗ ਫਾਰਵਰਡ ਟੂ ਦੀ ਫੰਕਸ਼ਨ ਵਿਚ ਇਜ਼ ਗੋਇੰਗ ਟੂ ਸਟਾਰਟ ਇਨ ਅਬਾਊਟ 10 ਮਿੰਟਸ। ਸੋ ਬਹੁਤ ਹੀ ਵਧੀਆ ਟਾਈਟਲ ਅੱਜ ਫੰਕਸ਼ਨ ਦਾ ਹੈ ਨਾ ਤੁਸੀਂ ਚੂਜ਼ ਕੀਤਾ। ਸੋ ਇਹ ਮਾਈਂਡ 'ਚ ਕਿਵੇਂ ਆਇਆ ਇਹ ਵਾਲਾ ਟਾਈਟਲ ਜਿਹੜਾ ਤੁਸੀਂ ਚੂਜ਼ ਕੀਤਾ? Ma'am, in our society, women are not given the same status as men. Through children, we want to explain to the society that women enjoy the same rights as men do. There are a lot of states in our country where there is female infanticide. Uh, Girls are not given education. They are not given status. There is cruelty on them. So today the children are going to depict through a play that women in our society should be given the same rights as men. ਸੋ ਮੈਂ ਇੱਕ ਚੀਜ਼ ਹੋਰ ਜਾਣਨਾ ਚਾਹਾਂਗੀ ਤੁਹਾਡੇ ਸਕੂਲ ਦੇ ਵਿੱਚ ਜਿਵੇਂ ਤੁਸੀਂ ਇਹ ਟਾਈਟਲ ਚੂਜ਼ ਕੀਤਾ ਹੈ, ਸੋ ਕੁਝ ਗਰਲਸ ਲਈ ਵੀ ਕੁਝ ਆਫਰਸ ਵਗੈਰਾ ਕੁਝ ਏਦਾਂ ਦੇ ਹੁੰਦੇ ਨੇ? The girls are given preference in terms of both participating in sports, extracurricular activities. ਉਹਨਾਂ ਵਾਸਤੇ ਅਸੀਂ ਸਪੈਸ਼ਲ ਕੈਂਪੇਨ ਵੀ ਸ਼ੁਰੂ ਕੀਤਾ ਜਿੱਥੇ ਕਿ ਉਹਨਾਂ ਨੂੰ ਅਸੀਂ ਸੈਲਫ ਡਿਫੈਂਸ ਵਿੱਚ ਖਾਸ ਟ੍ਰੇਨਿੰਗ ਦਿੰਦੇ ਹਾਂ ਤੇ ਉਹ ਅੱਜ ਦੇ ਜ਼ਮਾਨੇ 'ਚ ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਹੈ। They should be able to defend themselves. ਉਹਨਾਂ ਵਾਸਤੇ ਅਸੀਂ ਖਾਸ ਅਰੇਂਜਮੈਂਟ ਕਰਦੇ ਹਾਂ every year for all the classes. ਸੋ ਮੈਂ ਇੱਕ ਚੀਜ਼ ਹੋਰ ਜਾਣਨਾ ਚਾਹਾਂਗੀ ਕੁਝ ਪੇਰੈਂਟਸ ਏਦਾਂ ਦੇ ਵੀ ਹੁੰਦੇ ਨੇ ਕਿ ਜਿਵੇਂ ਕੋਈ ਬਾਹਰ ਆਪਾਂ ਗਰਲਸ ਲਈ ਕੋਈ ਗੇਮਸ ਦੇ ਰਿਗਾਰਡਿੰਗ ਆਪਾਂ ਭੇਜਣਾ ਹੋਵੇ, ਕਈ ਪੇਰੈਂਟਸ ਨਹੀਂ ਵੀ ਅਲਾਉ ਕਰਦੇ, ਤੁਸੀਂ ਫਿਰ ਉੱਦਾਂ ਕਿਵੇਂ ਕਨਵਿੰਸ ਕਰਦੇ ਹੋ? ਹਾਂਜੀ, ਥੋੜਾ ਜਿਹਾ ਹੈ ਪ੍ਰੋਬਲਮ, ਬਟ ਦੈਨ ਵੀ ਆਰ ਵੈਰੀ ਸਪੋਰਟਿਵ। ਅਸੀਂ ਆਪਣੇ ਟੀਚਰਸ ਨੂੰ ਕਹਿੰਦੇ ਹਾਂ, ਲੇਡੀ ਟੀਚਰਸ ਨੂੰ, ਕਿ ਉਹ ਨਾਲ ਜਾਣ, ਬਿਕੋਜ਼ ਟੀਚਰਸ ਆਰ ਐਜ਼ ਦੇ ਸੇ ਦੀ ਸੈਕੰਡ ਪੇਰੈਂਟ ਆਫ ਚਾਈਲਡ। ਸੋ ਬਾਅਦ ਜਿਹੜੇ ਟੀਚਰਸ ਨੇ ਉਹ ਜਦ ਨਾਲ ਜਾਂਦੇ ਨੇ ਤੇ ਆਪੇ ਉਹਨੂੰ ਵੀ ਕੌਨਫੀਡੈਂਸ ਹੁੰਦਾ ਹੈ ਕਿ ਹਾਂ ਵੀ देयर चिल्ड्रन will be taken well care of. ਸੋ ਏਦਾਂ ਦੇ ਕੁਝ ਅਚੀਵਮੈਂਟਸ ਗਰਲਸ ਦੁਆਰਾ ਕੀਤੇ ਗਏ ਆ ਤੁਹਾਡੇ ਸਕੂਲ ਦੇ? ਹਾਂਜੀ, girls in fact in terms of academics have always outperformed boys. Sports ਵਿੱਚ ਵੀ ਹੁਣ ਉਹ ਕਾਫੀ ਪਾਰਟਿਸਿਪੇਟ ਕਰ ਰਹੇ ਨੇ ਐਂਡ I have noticed that ਕੋਈ play ਵੀ ਹੁੰਦਾ ਜਿਸ ਤਰ੍ਹਾਂ ਅੱਜ ਦਾ ਫੰਕਸ਼ਨ ਹੈ ਉਹਦੇ ਵਿੱਚ number of girls who are participating is more than the number of boys. ਸੋ ਮੇਨ ਇਹੀ ਟਾਈਟਲ ਚੂਜ਼ ਹੈ ਜਾਂ ਹੋਰ ਵੀ ਕੁਝ ਇਸ ਰਿਗਾਰਡਿੰਗ ਸਕੂਲ ਦੇ ਫੰਕਸ਼ਨ ਦੇ ਵਿੱਚ ਕਰਿਆ ਜਾ ਰਿਹਾ? ਨਹੀਂ, ਅੱਜ ਫੰਕਸ਼ਨ ਸਿਰਫ ਇਸ ਪਲੇ ਦੇ ਬਾਰੇ ਹੀ ਹੈਗਾ ਤੇ ਇਹਦੇ 400 ਬੱਚੇ ਪਾਰਟਿਸਿਪੇਟ ਕਰ ਰਹੇ ਨੇ ਐਂਡ ਇਹ ਬੱਚੇ ਕਲਾਸ 6 ਔਨਵਰਡਸ ਜਿਹੜੇ ਹੈਗੇ ਉਹ ਦੇ ਆਰ ਦੀ ਵਨਸ ਹੂ ਆਰ ਗੋਇੰਗ ਟੂ ਬੀ ਡਿਪਿਕਟਿੰਗ ਦਿਸ ਵੈਰੀ ਗੁੱਡ ਥੀਮ ਅਬਾਊਟ empowerment of women. ਅੱਜ ਦੇ ਦੌਰ ਵਿੱਚ ਜੇਕਰ ਆਪਾਂ ਗੱਲ ਕਰੀਏ ਕੁੜੀਆਂ ਕਿਸੇ ਤੋਂ ਪਿੱਛੇ ਨਹੀਂ ਹਨ। ਸੋ ਮੈਮ ਮੇਰੇ ਨਾਲ ਖੜੇ ਨੇ, ਪ੍ਰਿੰਸੀਪਲ ਮੈਮ ਐਕਸਿਪਸ ਸਕੂਲ ਦੇ। ਸੋ ਇਹਨਾਂ ਦਾ ਅੱਜ ਐਨੂਅਲ ਫੰਕਸ਼ਨ ਸੀ ਇੱਥੇ, ਸੋ ਆਪਾਂ ਗੱਲਬਾਤ ਕਰਦੇ ਹਾਂ। ਇਹਨਾਂ ਨੇ ਬਹੁਤ ਹੀ ਅੱਛਾ ਟਾਈਟਲ ਇੱਥੇ ਅੱਜ ਚੂਜ਼ ਕੀਤਾ ਹੈ ਜੋ ਕਿ ਗਰਲਸ ਨੇ ਜਿਸ ਤੇ ਪੂਰਾ ਫੰਕਸ਼ਨ ਅੱਜ ਕਰਨਾ। ਸੋ ਮੈਮ ਟਾਈਟਲ ਹੈ ਨਾ, ਬੇਖੌਫ ਜੀਣਾ ਹੈ ਮੁਝੇ। ਸੋ ਕਿਵੇਂ ਦਿਮਾਗ ਵਿੱਚ ਆਉਂਦਾ ਹੈ ਕਿਉਂਕਿ गर्ल्स वैसे भी आजकल तो किसी तो पीछे नहीं है ना? सो की तुसी कहना चाहोगे इसमें? यही बताना चाहेंगे, न्यूज़पेपर्स में कोई दिन नहीं जाता जब हम कोई न्यूज़ ऐसी नहीं पढ़ते हैं जहाँ पे लड़कियों का कैरेक्टर की जजमेंट उसके कपड़े और सुई, घड़ी की सुई से जज करी जाती है। और अभी रिसेंटली जो कैलकाटा का डॉक्टर का केस हुआ है उसको दिमाग में रखते हुए हमें लगा कि बच्चों को कहीं ना कहीं हमें सिखाने की ज़रूरत है, स्पेशली लड़कियों को, कि उन्हें किसी से डरने की ज़रूरत नहीं है। और सोसाइटी की रिस्ट्रिक्शंस अगर तो सही होती हैं फिर तो उसका मायने रखते हैं, लेकिन अगर हम सिर्फ ये मान के चल रहे हैं कि सिर्फ लड़की है तो उस पर रिस्ट्रिक्शन होनी चाहिए, वो सही नहीं है। अगर हम कोई भी पाबंदियां लगाते हैं तो लड़के लड़की के बराबर होनी चाहिए। तो बेसिकली जो हमारा आज का प्ले है बेखौफ, ये उन लड़कियों की आवाज़ है जिन्हें शायद कभी बोलने का मौका ही नहीं दिया जाता घरों में। ਆਪਾਂ ਅੱਜ ਦੀ ਸੋਸਾਇਟੀ ਦੀ ਜੇਕਰ ਆਪਾਂ ਗੱਲ ਕਰੀਏ ਆਪਾਂ ਇਹਨਾਂ ਚ ਦੋਸ਼ੀ ਕੁੜੀਆਂ ਨੂੰ ਨਹੀਂ ਆਪਾਂ ਮੁੰਡਿਆਂ ਨੂੰ ਮੰਨ ਸਕਦੇ ਹੈ ਨਾ? ਸੋ ਤੁਹਾਡਾ ਕੀ ਕਹਿਣਾ ਇਸ ਨਾਲ? देखिए, इसमें हमने इस प्ले में सिर्फ यही नहीं बताया है कि लड़कियों को पढ़ाया जाए, उनकी चॉइसेस को रिस्पेक्ट करी जाए, उनको फ्रीडम दी जाए। वहाँ दूसरी तरफ हमने एक फैमिली के लिए ये भी मैसेज दिया है कि जो लड़के हैं उनकी अपब्रिंगिंग में भी ध्यान रखा जाए। हम बच्चों की परवरिश कैसे कर रहे हैं, हम बेटों को क्या वैल्यूज़ दे रहे हैं,
उन उसका भी ध्यान रखा जाए, क्योंकि सिर्फ लड़कियों को ही सारे संस्कार देना सही नहीं है, वहीं लड़कों को भी साथ में बराबरी के संस्कार चाहिए हैं आज की सोसाइटी के लिए। तो जो हमने सोकॉल एक मॉडर्निज्म क्रिएट कर दिया है, मानती हूँ कि शायद चंडीगढ़ में रहते हुए हमें ये चीज़ें एहसास नहीं होती हैं, लेकिन यहीं अगर आप कुछ छोटे शहरों में चले जाइए, वहाँ पर अभी भी क्या सिचुएशन है हम सब जानते ही हैं। तो ये हमारा बेसिकली प्ले का मैसेज ही यही है कि अगर आप अपनी बेटियों को घर में काम करना सिखा रहे हो तो उसमें वहाँ अपने बेटों को भी यही सिखाओ, क्योंकि सिर्फ लड़की ने ही काम नहीं करना, लड़के ने भी उसके बराबर का साथ देना है। अगर बेटा बाहर काम करने जा रहा है तो लड़की को भी जाने की ज़रूरत है। सो इसी के ਉੱਪਰ ਹੈ हमारा प्ले आज का। ਸੋ ਮੈਨੂੰ ਲੱਗਦਾ ਹੈ ਜਿਵੇਂ ਆਪਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਸਮਝਾਉਂਦੇ ਆ, ਮੁੰਡਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਪਹਿਲਾਂ ਇੱਕ ਬਹੁਤ ਜ਼ਿਆਦਾ ਚੱਲਦਾ ਸੀ ਡੋਰੀ ਸਿਸਟਮ ਦਾ, ਸੋ ਅੱਜ ਕੁਝ ਉਹ ਚੀਜ਼ਾਂ ਘਟ ਵੀ ਗਈਆਂ, ਨੋ ਡਾਊਟ ਅੱਜ ਵੀ ਹੈ, ਬਟ ਉਹਨਾਂ ਲੋਕਾਂ ਨੂੰ ਵੀ ਕੀ ਕਹੋਗੇ ਜਿਹੜੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਕਰ ਰਹੇ ਅਪਣਾ ਰਹੇ? उन्हें यही कहना चाहूँगी, शायद हम ये सोच लेते कि आई कैन अफोर्ड इट, मैं अपनी बेटी के लिए सब कुछ कर सकता हूँ, बट वो ये नहीं रियलाइज़ करते हैं कि वो एक सोसाइटी में ट्रेंड स्टार्ट कर रहे हैं, जिस ट्रेंड में शायद हर कोई फैमिली नहीं उसका हिस्सा बन सकती। अब एक आदमी अगर करोड़ों रुपए एक शादी पे खर्च देता है, जो उससे नीचे लेवल का है वो कहेगा कम से कम लाख तो मिले मुझे, जो लाख के नीचे है वो कहता है मुझे 1000 मिल जाए। सो कहीं ना कहीं ये जो हमारी सो कॉल अपर सोसाइटी बैठी हुई है ना, एक उनके लिए एक मैसेज है कि प्लीज़ शादियों में जो इतना खर्चा आप करते हैं करना कम करिए, ताकि जो नीचे वाली फैमिलीज़ हैं उनके ऊपर ये प्रेशर ना आए कि उन्होंने उनकी बराबरी करनी है। डाउरी अगर देनी ही है अपनी बेटी के नाम करिए, वो पैसा उसके अकाउंट में डालिए, बेटी को फाइनेंशियल सिक्योरिटी होगी। बट ये जो ताम धाम हम करते हैं, जो इतना खानों पे खर्च करते हैं, ये सब चीज़ें हम अवॉइड कर सकते हैं। इतनी बारात आती है, इतने लैविश फंक्शंस करते हैं, ये अवॉइड किए जा सकते हैं। इसके बिना भी लड़की की शादी बहुत अच्छी हो जाती है। ਸੋ ਮੈਨੂੰ ਲੱਗਦਾ ਕੁਝ ਆਪਾਂ ਖੁਦ ਲੋਕ ਵੀ ਜ਼ਿੰਮੇਵਾਰ ਹੁੰਦੇ ਆ, ਕਿਉਂਕਿ ਜਦੋਂ ਆਪਾਂ ਵੀ ਆਪਣੀ ਬੇਟੀ ਦਾ ਵਿਆਹ ਕਰਦੇ ਆ ਤਾਂ ਕੁਝ ਉਹਨੂੰ ਖੁਦ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਮੁੰਡੇ ਵਾਲੇ ਹੋਰ ਵੀ डिमांड करन। ये बात भी आपकी सही है, शायद लड़के वालों का मुंह हम ही खोल देते हैं लड़की वाले। जब हम एक गाड़ी मांगते हैं, वो हम एक गाड़ी पकड़ाते हैं अगर उनको मारुति, तो उनकी हिम्मत बढ़ जाती है कि हमें तो होंडा या टोयोटा दे ही दी जाए। तो कहीं ना कहीं शायद हम पेरेंट्स ही रिस्पॉन्सिबल हैं कि हम ये डाउरी को ख़त्म नहीं होने दे रहे। लेकिन यहाँ पे मैं एक चीज़ और भी बोलूँगी कि बहुत सारी ऐसी मैरिजेस मैं आजकल देख रही हूँ जहाँ पे ज़ीरो डाउरी है, सिंपल सी कोर्ट मैरिज करके लोग एक लंच खाने चले जाते हैं जैसे एक नॉर्मल गेट टुगेदर होता है, और उसके बाद सबको इन्फॉर्म करते हैं कि जी हमारी सबकी ब्लेसिंग्स दे दो। और शायद इसके साथ वो जो हमने एक सगन वाला सिस्टम भी स्टार्ट किया हुआ है, शायद ये भी कंट्रोल हो जाएगा अगर हम ये डाउरी सिस्टम और इतनी लाविश वेडिंग्स को कंट्रोल करें, जहाँ हम बच्चे को इतना अपनी बेटियों को आप इतना सशक्त बनाइए कि बच्चा अपने लिए खुद फाइनेंशियली इंडिपेंडेंट है, उसको ना तो कभी माँ बाप के पैसों की ज़रूरत पड़े, ना हस्बैंड की, ना इन लॉस की। यही चाहे, यही मैसेज देना चाहूँगी। थैंक यू सो मच। ਸੋ ਇਹ ਸਨ ਐਕਸਿਸ ਸਕੂਲ ਦੇ ਪ੍ਰਿੰਸੀਪਲ ਮੈਮ, ਜਿਨ੍ਹਾਂ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ, ਔਰ ਖਾਸ ਕਰ 400 ਬੱਚਾ ਅੱਜ ਇੱਥੇ ਪਰਫਾਰਮ ਕਰਨ ਜਾ ਰਿਹਾ। ਖਾਸ ਕਰ ਜੇਕਰ ਆਪਾਂ ਗੱਲ ਕਰੀਏ, ਕੁੜੀਆਂ ਕਿਸੇ ਤੋਂ ਪਿੱਛੇ ਨਹੀਂ ਹਨ, ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹਨ, ਇਹੀ ਥੀਮ ਲੈ ਕੇ ਅੱਜ ਇੱਥੇ ਫੰਕਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਥੋੜੀ ਦੇਰ ਤੱਕ ਸੀਮਾ ਕੌਸ਼ਲ ਮੈਮ ਵੀ ਪਹੁੰਚਣ ਵਾਲੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। बहुत ही ਵਧੀਆ ਇੱਕ ਟਾਈਟਲ ਹੈ ਬੇਖੌਫ जीना है मुझे जी। सो ਤੁਸੀਂ ਕੀ ਕਹਿਣਾ ਚਾਹੋਗੇ? बेखौफ आज़ाद जीना है मुझे, क्योंकि इदां दे नाटक बनने चाहिए हैं। अज समय की मंग है, पर मैनू खुशी हुई है कि अज मैनू इन्हां ने सद्दा दिता है तो मैं इत्थे पहुंची हाँ, ते मैनू भी नाटक देखने का मौका मिलू, क्योंकि असी भी नाटकों तो इत्थे तक पहुंचे हाँ, तो साडी रूह की खुराक है। सो नाटक हले मैं देखना है, पता ही है
ਇੰਨਾ ਵਧੀਆ ਸਕੂਲ ਹੈ ਤੇ ਅੱਛੀ ਮਿਹਨਤ ਕਰਵਾਉਂਦੇ ਆ ਤੇ ਅੱਛਾ ਹੀ ਪਲੇ ਹੋਏਗਾ ਤੇ ਥੀਮ ਬਹੁਤ ਵਧੀਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਤੁਸੀਂ ਵੀ ਮੈਮ ਬਹੁਤ ਜ਼ਿਆਦਾ ਕਿਰਦਾਰ ਕੀਤੇ ਹੈ ਹਨਾ, ਤੁਸੀਂ ਨੈਗੇਟਿਵ ਵੀ ਕੀਤੇ ਹੈ, ਪੋਜ਼ਿਟਿਵ ਵੀ ਕੀਤੇ ਹੈ, ਤੁਸੀਂ ਵੀ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਆਏ ਹੋ। ਜੀ। ਕਈ ਦੁੱਖ ਭਰੇ ਵੀ ਤੁਸੀਂ ਰੋਲ ਕੀਤੇ ਹੈ ਹਨਾ, ਜੀ। ਐਜ਼ ਏ ਮਦਰ ਵੀ ਤੁਸੀਂ ਬਣੇ ਹੋ, ਐਜ਼ ਏ ਸਿਸਟਰ ਬਣ ਕੇ ਵੀ ਤੁਸੀਂ ਰੋਲ ਕੀਤੇ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਸਮਾਜ ਦੀ ਜੇਕਰ ਆਪਾਂ ਗੱਲ ਕਰੀਏ, ਧੀਆਂ ਨੂੰ ਕੁਝ ਲੋਕੀ ਅੱਜ ਵੀ ਅੰਦਰ ਬੰਦ ਕਰਕੇ ਰੱਖਦੇ ਨੇ? ਜਿੱਦਾਂ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਆ ਨਾ ਕਿ ਹੁਣ ਸਮਾਂ ਬਹੁਤ ਬਦਲ ਗਿਆ, ਜਿੱਦਾਂ ਅਸੀਂ ਦੇਖਦੇ ਹਾਂ ਕਿ ਕਿਤੇ ਕਿਤੇ ਸਾਡੀ ਜਿੱਥੇ ਤੱਕ ਨਜ਼ਰ ਨਹੀਂ ਜਾਂਦੀ ਜਾਂ ਸਾਨੂੰ ਪਤਾ ਨਹੀਂ ਲੱਗਦਾ, ਤਾਂ ਉਹਨਾਂ ਲਈ ਤਾਂ ਮੈਂ ਇਹ ਕਹੂੰਗੀ ਵੀ ਇਹ ਇੱਕ ਬੜੀ ਮੰਦਭਾਗੀ ਦੁੱਖ ਭਰੀ ਹਨਾ ਗੱਲ ਹੈ ਕਿ ਅੱਜ ਸਮਾਂ ਕਿੱਥੇ ਪਹੁੰਚ ਗਿਆ ਤੇ ਹੁਣ ਵੀ ਕੁੜੀਆਂ ਨੂੰ ਬੰਦ ਕਰਨਾ ਹੈ। ਪਰ ਜਿੱਦਾਂ ਲੋਕਾਂ ਦਾ ਸਾਡੇ ਨਾਲ ਸਾਹਮਣਾ ਹੁੰਦਾ ਹੈ, ਜਿਹੜੀ ਸਾਡੀ ਲਾਈਨ ਹੈ, ਜਦੋਂ ਅਸੀਂ ਇਸ ਲਾਈਨ 'ਚ ਆਏ ਸੀ ਤਾਂ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਬੜੀ ਸਟਰਗਲ ਕਰਕੇ ਛੁਪ ਛੁਪ ਕੇ, ਪਤਾ ਨਹੀਂ ਉਹ ਬਹੁਤ ਲੰਬੀ ਜਰਨੀ ਹੈ ਤੇ ਮੈਂ ਐਕਸਪਲੇਨ ਨਹੀਂ ਕਰ ਪਾਉਂਗੀ, ਬਸ ਸ਼ਾਰਟ ਲਫ਼ਜ਼ਾਂ ਦੇ ਵਿੱਚ ਵੀ ਬਹੁਤ ਸਟਰਗਲ ਕਰਨੀ ਪਈ ਹੈ। ਸੋ ਲੱਕੀਲੀ ਕਿ ਪੇਰੈਂਟਸ ਦਾ ਜਾਂ ਆਪਣੇ ਮੈਨੂੰ ਮੇਰੀ ਫੈਮਿਲੀ ਦੀ ਸਪੋਰਟ ਮਿਲੀ ਤਾਂ ਮੈਂ ਪਹੁੰਚੀ, ਅਦਰਵਾਈਜ਼ ਤਾਂ ਮੈਂ ਵੀ ਸ਼ਾਇਦ ਨਾ ਪਹੁੰਚ ਪਾਉਂਦੀ। ਪਰ ਹੁਣ ਜਿਹੜੇ ਪੇਰੈਂਟਸ ਨੇ ਨਾ, ਉਹ ਸਾਡੇ ਕੋਲੇ ਅਕਸਰ ਆਪਣੇ ਬੱਚੀਆਂ ਨੂੰ ਬੇਟੇ ਨਹੀਂ, ਮੈਨੂੰ ਲੱਗਦਾ ਬੇਟੀਆਂ ਨੂੰ ਜ਼ਿਆਦਾ ਸਾਡੇ ਕੋਲ ਲੈ ਕੇ ਆਉਂਦੇ ਆ ਕਿ ਮੈਮ ਤੁਸੀਂ ਪਲੀਜ਼ ਇਹਨੂੰ ਕੋਈ ਹੈ ਨਾ ਇਹਦਾ ਸਾਥ ਦਿਓ, ਇਹਨੂੰ ਅੱਗੇ ਇਹਦੀ ਜਰਨੀ ਦੇ ਵਿੱਚ ਹੈਲਪ ਕਰੋ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਉਹੀ ਪੇਰੈਂਟਸ ਨੇ ਜਿਹੜੇ ਕੁੜੀਆਂ ਨੂੰ ਮਤਲਬ ਛੁਪਾ ਕੇ ਰੱਖਦੇ ਸੀ ਵੀ ਨਹੀਂ ਤੂੰ ਨਹੀਂ ਜਾਏਂਗੀ, ਅੱਜ ਉਂਗਲੀ ਪਕੜ ਕੇ ਉਹੀ ਪੇਰੈਂਟਸ ਆਉਂਦੇ ਆ, ਤਾਂ ਮੈਂ ਉਹਨਾਂ ਨੂੰ ਸਲੂਟ ਕਰਦੀ ਹਾਂ। ਇਹ ਜਿਹੜੇ ਨਹੀਂ ਵੀ ਆਉਂਦੇ ਤਾਂ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਵੀ ਬੱਚਿਆਂ ਨੂੰ ਅੱਗੇ ਵਧਣ ਦਿਓ। ਸੋ ਜਿਹੜੀਆਂ ਬੱਚੀਆਂ ਨੇ ਉਹ ਸਾਡੇ ਭਵਿੱਖ ਹੈ ਦੇਸ਼ ਦਾ। ਸੋ ਖੁਸ਼ੀ ਦੀ ਗੱਲ ਹੈ ਕਿ ਅੱਜ ਕੀ ਨਾਮ ਹੈ ਇਸ ਸਕੂਲ ਦੇ ਵਿੱਚ ਇੱਕ ਜਿਹੜਾ ਪਲੇ ਹੋਣਾ ਹੈ ਜਿਹਦਾ ਟਾਈਟਲ ਹੈ ਬੇਕ ਆਫ ਆਜ਼ਾਦ ਜੀਣਾ ਹੈ ਮੁਝੇ, ਬਹੁਤ ਕੁਝ ਕਹਿ ਜਾਏਗਾ ਜਿੰਨਾ ਮੈਂ ਹਲੇ ਸ਼ਾਇਦ ਨਾ ਕਹਿ ਪਾਵਾਂ। ਮੈਨੂੰ ਲੱਗਦਾ ਬਾਕੀ ਗੱਲਾਂ ਜਿਹੜੀਆਂ ਹੋਣਗੀਆਂ ਸ਼ਾਇਦ ਇਹ ਟਾਈਟਲ ਦੇਖ ਕੇ ਹੀ ਤੁਸੀਂ ਕਰ ਬਿਲਕੁਲ ਪਾਓਗੇ। ਬਿਲਕੁਲ ਬਿਲਕੁਲ, ਟਾਈਟਲ ਤੋਂ ਹੀ ਪਤਾ ਲੱਗਦਾ ਬਹੁਤ ਕੁਝ। ਥੈਂਕ ਯੂ ਸੋ ਮਚ, ਥੈਂਕ ਵਾਰਡ ਨੰਬਰ 30 ਤੋਂ ਕਾਉਂਸਲਰ ਮਿਸਟਰ ਹਰਦੀਪ ਸਿੰਘ ਜੀ ਮੇਰੇ ਨਾਲ ਨੇ। ਸੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਵੀ ਐਕਸਿਪਸ ਸਕੂਲ ਦਾ ਜਿਹੜਾ ਫੰਕਸ਼ਨ ਹੈ ਉਹ ਅਟੈਂਡ ਕਰਨ ਆਏ ਸੀ। ਸੋ ਟਾਈਟਲ ਵੀ ਬਹੁਤ ਸੋਹਣਾ ਇਹਨਾਂ ਨੇ ਚੂਜ਼ ਕੀਤਾ। ਸੋ ਉਸ ਟਾਈਟਲ ਦੇ ਰਿਗਾਰਡਿੰਗ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਮੈਂ ਤਾਂ ਹਮੇਸ਼ਾ ਹੀ ਜਿਹੜਾ ਹੈਗਾ ਇਸ ਸਕੂਲ ਦੇ ਜੋ ਵੀ ਇਹ ਟਾਈਟਲ ਲੈਂਦੇ ਨੇ ਉਹਨੂੰ ਨਿਭਾਉਂਦੇ ਨੇ। ਅੱਜ ਇਹਨਾਂ ਨੇ ਧੀਆਂ ਤੇ ਲਈ ਹੈ ਕਿ ਧੀਆਂ ਦੀ ਆਜ਼ਾਦ ਰੱਖਣਾ ਚਾਹੀਦਾ, ਇਹਨਾਂ ਨੂੰ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ, ਇਹਨਾਂ ਦੀ ਆਜ਼ਾਦੀ ਨਾਲੇ ਸਾਡੀ ਆਜ਼ਾਦੀ ਹੈ। ਇਹ ਟਾਈਟਲ ਇਹਨਾਂ ਨੇ ਲਿਆ ਹੈ। ਔਰ ਮੈਂ ਪਹਿਲਾਂ ਵੀ ਦੱਸਣਾ ਚਾਹਾਂਗਾ ਜਿਹੜੇ ਵੀ ਟਾਈਟਲ ਦੇ ਇਹਨਾਂ ਨੇ ਕੰਮ ਕੀਤਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੰਮ ਕੀਤਾ ਹੈ। ਔਰ ਅੱਜ ਇਹ ਧੀਆਂ ਦਾ ਉਹ ਕਰ ਰਹੇ ਨੇ, ਉਹਦੇ ਵਾਸਤੇ ਅਸੀਂ ਤਾਂ ਕਹਾਂਗੇ ਕਿ ਅਸੀਂ ਸਮਾਜ ਦੇ ਵਿੱਚ ਲੋਹੜੀ ਦੇ ਫੰਕਸ਼ਨ ਵੀ ਕਰਦੇ ਹਾਂ ਧੀਆਂ ਦੇ। ਇਹਨਾਂ ਨੇ ਥੀਮ ਚੁਣਿਆ, ਇਹਦੇ ਵਾਸਤੇ ਵਧਾਈ ਦੇ ਪਾਤਰ। ਸੋ ਲੋਹੜੀ ਦਾ ਫੰਕਸ਼ਨ ਤਾਂ ਹਰੇਕ ਕੋਈ ਕਰਦਾ ਹੈ ਨਾ, ਹੋਰ ਵੀ ਫੰਕਸ਼ਨ ਧੀਆਂ ਦੇ ਕੀਤੇ ਜਾਂਦੇ ਆ, ਬਟ ਸਕੂਲ ਦੇ ਵਿੱਚ ਸਪੈਸ਼ਲੀ ਹਾਂ ਬਿਲਕੁਲ ਜੀ, ਐਨੂਅਲ ਸਕੂਲ ਦਾ ਫੰਕਸ਼ਨ ਧੀਆਂ ਦੇ ਨਾਂ ਤੇ ਕਰਨਾ ਇਹ ਬਹੁਤ ਵੱਡੀ ਗੱਲ ਹੈ। ਇਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਸਮਾਜ ਦੇ ਵਿੱਚ ਧੀਆਂ ਕਿਸ ਸਤਰ ਤੇ ਹੁਣ ਪਹੁੰਚ ਗਈਆਂ ਨੇ ਕਿ ਉਹਨਾਂ ਦੇ ਨਾਂ ਤੇ ਇਹ ਪ੍ਰੋਗਰਾਮ ਹੋਣ ਲੱਗੇ ਨੇ। ਸਕੂਲ ਵਧਾਈ ਦਾ ਪਾਤਰ ਹੈ, ਮੈਨੇਜਮੈਂਟ ਵਧਾਈ ਦੀ ਪਾਤਰ ਹੈ। ਇਹਨਾਂ ਦੇ ਸਕੂਲ ਦੀਆਂ ਬੱਚੀਆਂ ਇੰਟਰਨੈਸ਼ਨਲ ਲੈਵਲ, ਨੈਸ਼ਨਲ ਲੈਵਲ, ਇੰਡੀਆ ਟੀਮ 'ਚ ਵੀ ਖੇਡ ਰਹੀਆਂ ਨੇ। ਰੋਲਰ ਸਕੇਟਿੰਗ, ਹਾਕੀ ਦੇ ਵਿੱਚ ਉਹ ਇਹਨਾਂ ਦੇ ਸਕੂਲ ਦਾ ਬਹੁਤ ਮਿਆਰ ਉੱਚਾ ਹੈ ਧੀਆਂ ਵਾਸਤੇ ਖਾਸ ਕਰ। ਸੋ ਮੈਂ ਜਿਵੇਂ ਕਿ ਡਾਇਰੈਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ, ਕਹਿੰਦੇ ਜਦੋਂ ਵੀ ਕੋਈ ਪਲੇ ਵਗੈਰਾ ਹੁੰਦੇ ਕਈ ਵਾਰ ਕੀ ਹੈ ਪ੍ਰੋਬਲਮਸ ਆ ਜਾਂਦੀਆਂ, ਕੁਝ ਪੇਰੈਂਟਸ ਨਹੀਂ ਵੀ ਅਲਾਓ ਕਰਦੇ ਕਿ ਜਦੋਂ ਕੋਈ ਵੀ ਗੇਮਸ ਵਿੱਚ ਕੋਈ ਗੇਮਸ 'ਚ ਕੁੜੀ ਚੂਜ਼ ਕਰਦੀ ਹੈ। ਸੋ ਉਹਨਾਂ ਪੇਰੈਂਟਸ ਲਈ ਵੀ ਤੁਹਾਡਾ ਕੋਈ ਮੈਸੇਜ? ਦੇਖੋ, ਮੇਰਾ ਤਾਂ ਮੈਸੇਜ ਇਹ ਹੈ ਕਿ ਦੇਖੋ ਸਾਡੇ ਕੋਲ ਤੁਸੀਂ ਕੰਪੈਰੀਜ਼ਨ ਕਰ ਲਈ ਅਸੀਂ ਬੇਟਾ ਔਰ ਬੇਟੀ ਦੇ ਵਿੱਚ। ਧੀ ਵਿਆਹ ਕੇ ਚਲੀ ਜਾਵੇ, ਉਹ ਪਿੱਛੋਂ ਵੀ ਤੁਹਾਨੂੰ ਫੋਨ ਕਰਦੀ ਹੈ, ਪਿੱਛੋਂ ਵੀ ਤੁਹਾਡਾ ਹਾਲ ਚਾਲ ਪੁੱਛਦੀ ਹੈ। ਪੁੱਤ ਜਿਹੜੇ ਹੈਗੇ ਆ ਉਹ ਸਾਨੂੰ ਪਤਾ ਹੈ ਸਮਾਜ ਦੇ ਵਿੱਚ ਕਿੰਨੇ ਕੁ ਮਾਂ-ਬਾਪ ਨੂੰ ਪੁੱਛਦੇ ਆ, ਕੋਲ ਰਹਿ ਕੇ ਵੀ ਉਹ ਸ਼ਾਇਦ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ। ਅੱਜ ਦੀ ਜ਼ਿੰਦਗੀ ਦੇ ਵਿੱਚ ਉਹ ਪੈਸੇ ਦੀ ਦੌੜ 'ਚ ਲੱਗ ਗਏ ਨੇ। ਪਰ ਧੀ ਹੈ ਜਿਹੜੀ ਉਹ ਹਮੇਸ਼ਾ ਚਾਹੇ ਵਿਆਹ ਕੇ ਚਲੀ ਜਾਵੇ ਉੱਥੋਂ ਵੀ ਤੁਹਾਨੂੰ ਕਾਲ ਕਰੇਗੀ, ਪਾਪਾ ਰੋਟੀ ਖਾ ਲਈ, ਮੰਮਾ ਰੋਟੀ ਖਾ ਲਈ, ਤੁਸੀਂ ਸੋ ਗਏ, ਤੁਸੀਂ ਦਿੱਕਤ। ਮਤਲਬ ਇਹ ਧੀਆਂ ਦਾ ਰੋਲ ਹੈ। ਮੈਂ ਤਾਂ ਪੇਰੈਂਟਸ ਨੂੰ ਇਹ ਕਹਾਂਗਾ ਕਿ ਇਹਨਾਂ ਨੂੰ ਬਰਾਬਰ ਦਾ ਦਰਜਾ ਦਿਆ ਜਾਵੇ।
ਜਦੋਂ ਬਾਬਾ ਸਾਹਿਬ ਨੇ ਸਾਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਤਾਂ ਅਸੀਂ ਕਿਉਂ, ਇੱਕ ਉਹ ਵੀ ਧੀ ਸੀਗੀ ਜਿਹੜੀ ਸਵਿਤਰੀ ਬਾਈ ਫੁੱਲੇ ਜਿਹੜੀ ਪੜ੍ਹਾ ਰਹੀ ਸੀਗੀ ਬੱਚਿਆਂ ਨੂੰ, ਪਹਿਲੀ ਜਿਹੜੀ ਟੀਚਰ ਸੀ ਸਾਡੀ, ਉਹ ਵੀ ਧੀ ਸੀ ਨਾ। ਉਸ ਜ਼ਮਾਨੇ ਤੋਂ ਉਹਨੇ ਜਾਗ ਲਾਈ ਹੋਈ। ਅੱਜ ਤੱਕ ਜੇ ਅਸੀਂ ਕਹੀਏ ਅਸੀਂ ਇਹਨਾਂ 'ਚ ਫਰਕ ਰੱਖੀਏ ਤਾਂ ਇਹ ਸਾਡੇ ਵਾਸਤੇ ਠੀਕ ਨਹੀਂ ਹੋਏਗਾ। ਜਿਹੜੇ ਪੇਰੈਂਟਸ ਧੀਆਂ ਦੀ ਇੱਜ਼ਤ ਕਰਨਗੇ, ਪ੍ਰਮਾਤਮਾ ਉਹਨਾਂ ਨੂੰ ਦੇਏਗਾ ਵੀ ਵੱਧ। ਤੁਸੀਂ ਕੀ ਮੰਨਦੇ ਹੋ ਇਸ ਚੀਜ਼ 'ਚ ਕਮੀ ਕਿਸ ਚੀਜ਼ ਦੀ ਹੈ? ਕਿਉਂਕਿ ਅੱਜ ਵੀ ਕਈ ਐਦਾਂ ਦੇ ਸਮਾਜ ਦੇ ਵਿੱਚ ਲੋਕੀ ਰਹਿੰਦੇ ਨੇ ਜਿਹੜੇ ਧੀਆਂ ਨੂੰ ਪ੍ਰਾਇੋਰਟੀ ਨਹੀਂ ਦਿੰਦੇ। ਉਹ ਸੋਚ ਮੈਂਟੈਲਿਟੀ ਚੇਂਜ ਕਰਨ ਦੀ ਲੋੜ ਹੈ ਜੀ, ਇਹਨਾਂ ਦੀ ਸੋਚ ਬਦਲਣ ਦੀ ਲੋੜ ਹੈ। ਮੈਂ ਤੁਹਾਨੂੰ ਇਹੀ ਕਹਾਂਗਾ ਵੀ ਜਿਹੜੇ ਪਰਿਵਾਰ ਨੇ ਧੀਆਂ ਨੂੰ ਸਤਿਕਾਰ ਦਿਆ ਹੈ, ਉਹਨਾਂ ਦੀ ਸਮਾਜ ਦੇ ਵਿੱਚ ਵੀ ਔਰ ਉਹਨਾਂ ਦਾ ਫਾਈਨੈਂਸ਼ੀਅਲੀ ਵੀ ਉਹ ਸਟਰੋਂਗ ਹੋਏ ਨੇ। ਧੀਆਂ ਦੇਵੀਆਂ ਏ, ਧੀਆਂ ਧਿਆਣੀਆਂ ਨੇ। ਤੁਹਾਡੇ ਕੋਲ ਕਿੰਨੇ ਟਾਈਮ ਵਾਸਤੇ ਆਈਆਂ ਨੇ, ਉਸ ਤੋਂ ਬਾਅਦ ਤਾਂ ਸਾਰੀ ਉਮਰ ਉਹਨਾਂ ਨੇ ਆਪਣੇ ਸਹੁਰਿਆਂ ਕੱਟਣੀ ਹੈ। ਇਸ ਕਰਕੇ ਇਹਨਾਂ ਦੀ ਇੱਜ਼ਤ ਕਰੋ, ਉਹ ਆਪਣੀ ਕਿਸਮਤ ਨਾਲ ਲੈ ਕੇ ਚੱਲਦੀਆਂ ਨੇ। ਜੇ ਅਸੀਂ ਕਹੀਏ ਵੀ ਅਸੀਂ ਵਿਆਹਣਾ ਨੂੰ, ਅਸੀਂ ਐਜੂਕੇਸ਼ਨ ਦੇਣੀ, ਉਹਨਾਂ ਦੇ ਕਿਸਮਤ ਦਾ ਸਾਨੂੰ ਪਤਾ ਨਹੀਂ ਕੀ ਦਿੰਦਾ ਹੈ ਪ੍ਰਮਾਤਮਾ। ਇਹ ਜਿਹਦੇ ਕੋਲ ਧੀ ਹੈ ਉਹੀ ਜਾਣ ਸਕਦਾ ਹੈ। Good evening, everyone. Education is the most powerful weapon which you can use to change the world. These inspiring words by Nelson Mandela remind us of the transformative power of learning, which is the cornerstone of everything we do here at Access 41 Chandigarh. Honorable Chief Guests, respected parents, distinguished guests, esteemed members of the teaching and non-teaching staff, and my dear students, it is indeed a great honor and privilege to welcome you all to the much-awaited annual function of Access 41. This day is a special one as it gives us an opportunity to showcase the talents and achievements of our students and to celebrate the collective efforts of our school community. At the outset, I would like to extend my heartfelt gratitude to our esteemed chief guest, Mrs. Seema Kaushik, renowned actor, for graciously accepting our invitation and sparing her valuable time to be with us today. Ma'am is a celebrated and versatile actor, admired for her remarkable career in both television and films. Famous for her seamless transition between diverse roles, be it intense dramas or light-hearted comedies. She has established herself as a powerhouse performer. Her illustrious journey began with All India Radio, followed by notable roles in iconic Punjabi serials such as Bhagawali. Man made her cinematic debut in 1998 with the Punjabi film Dildar, where her performance received widespread acclaim. From that point onward, there was no looking back.
She has graced numerous renowned Punjabi films, including Asanuman Vatnada, Ik Kudi Punjab Ki, Carry On Jatta, Ardas, Band Waje, and the list is a long one. And here I would also like to mention a few of our Bollywood hits also: Surma, Love Shakti Chicken Khurana, Desi Magic, and let's keep counting them. Her latest projects, Shukrana, Kudi Haryana Valli, Shinda Shinda No Papa, and Shahkot, further showcase her versatility and commitment to delivering impactful performances. The respect and admiration she commands, both from her peers and fans, is a testament to her unparalleled skill and dedication to the art of acting. Ma'am, we are deeply honored to have you amidst us this evening to inspire and encourage my students. We wish you continued success and hope that all your endeavors turn into super hits. To the parents and guardians, thank you for entrusting us with the responsibility of nurturing and educating your children. Your unwavering support and encouragement play a pivotal role in our success. Today's celebration is as much yours as it is ours. The past year has been one of learning, growth, and achievements for our school. As always, we have continued to uphold our commitment to excellence in academics, sports, cultural activities, and overall development, which you shall soon witness in the school report. As we reflect on the past year, I am proud to say that it has been a remarkable one for our school. Our students have excelled in academics, sports, arts, and community service, proving once again that holistic education is the key to unlocking their true potential. The credit for this success goes to our diligent students, our dedicated teachers whose relentless efforts ensure that our students reach their full potential, and of course, the unwavering support from my management and Access 41 parent community. Looking ahead to the upcoming academic session, our vision is clear: to empower our students with skills and values that prepare them for a rapidly changing world. We aim to integrate innovative teaching methods, focus on emotional and social intelligence, foster critical thinking, and encourage environmental consciousness among our students. Together, we will continue to build a culture of excellence and inclusivity. I want my children to understand the world, but not just because the world is fascinating and the human mind is curious. I want them to understand it so that they will be positioned to make it a better place. Today, as we gathered here for the annual function, I would just like to pay a small tribute to a member, a very important member of my Access 41 community, Mr. Mohit. Most of you are already familiar with him as the senior accountant, and you must have met him in the office. He's no longer there with us today, but his memories and his jovial nature and unwavering kind of a support is very much there. So as we assemble here today, just a small tribute to him. We remember him and we always remember him as a part of the Access family. So as the program unfolds today, you'll witness the vibrant talents and creativity of our students and staff. Each performance is a reflection of their hard work, passion, and determination to shine all that they do. Today's thought-provoking play, titled "Dekho Azad Hai Jeena Mujhe," sheds light on pressing women's issues in contemporary Indian society. It highlights their struggles and triumphs. Once again, I extend a warm welcome to all present here. Let us celebrate this occasion together, cherishing the spirit of learning, growth, and unity. Let us create a world where every woman lives with dignity and freedom. Thank you, and I hope you all have a wonderful evening. ठीक है